ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰ ਸੇਵਾ ਬਾਰੇ ਵਿਚਾਰ ਸਾਂਝੇ ਕਰਾਂਗੇ। 12 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਗੁਰਪੁਰਬ ਸੀ ਅਤੇ ਉਸ ਪਵਿੱਤਰ ਦਿਹਾੜੇ ਤੇ ਹੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਗਈ, ਜੋ ਸੰਗਤਾਂ ਦੇ ਭਾਰੀ ਉਤਸ਼ਾਹ ਸਦਕਾ ਲਗਭਗ ਇੱਕ ਹਫ਼ਤੇ ਵਿੱਚ ਹੀ ਸੰਪੂਰਨ ਹੋ ਗਈ। ਵੈਸੇ ਤਾਂ ਸਿੱਖ ਕੌਮ ਨੇ ਇਤਿਹਾਸ ਵਿੱਚ ਹਮੇਸ਼ਾ ਹੀ ਪਾਵਨ ਸਰੋਵਰ ਦੀ ਕਾਰ ਸੇਵਾ ਨੂੰ ਗੁਰੂ ਦੀ ਸੇਵਾ ਜਾਣਦੇ ਹੋਏ ਭਾਰੀ ਸ਼ਰਧਾ ਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ, ਪਰ ਅਕਤੂਬਰ 1984 ਵਿੱਚ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸਿੱਖ ਕੌਮ ਲਈ ਖਾਸ ਅਰਥ ਰੱਖਦੀ ਸੀ। 18ਵੀਂ ਸਦੀ ਅੰਦਰ ਮੁਗਲਾਂ ਤੇ ਅਫਗਾਨੀਆਂ ਵੱਲੋਂ ਦਰਬਾਰ ਸਾਹਿਬ ਉੱਤੇ ਵਾਰ-ਵਾਰ ਕੀਤੇ ਜਾਂਦੇ ਰਹੇ ਹਮਲਿਆਂ ਤੋਂ ਬਾਅਦ ਖਾਲਸਾ ਪੰਥ ਨੂੰ ਜਦ ਵੀ ਜੰਗ ਤੋਂ ਫੁਰਸਤ ਮਿਲਦੀ ਸੀ ਤਾਂ ਸਭ ਨਾਲੋਂ ਪਹਿਲਾਂ ਉਹਨਾਂ ਦਾ ਧਿਆਨ ਦੁਸ਼ਮਣ ਦੁਆਰਾ ਪਲੀਤ ਕੀਤੇ ਗਏ ਪਾਵਨ ਸਰੋਵਰ ਦੀ ਸਫਾਈ ਅਤੇ ਹਰਿਮੰਦਰ ਸਾਹਿਬ ਦੀ ਮੁਰੰਮਤ ਜਾਂ ਮੁੜ ਉਸਾਰੀ ਵੱਲ ਜਾਂਦਾ ਰਿਹਾ ਸੀ। ਇਸ ਕਾਰਜ ਖਾਲਸਾ ਪੰਥ ਅੰਦਰ ਆਪਣੇ ਈਸ਼ਟ ਦੀ ਰੱਖਿਆ ਕਰਨ ਲਈ ਆਪਣੀ ਆਜ਼ਾਦ ਰਾਜ ਸੱਤਾ ਕਾਇਮ ਕਰਨ ਦਾ ਜਜ਼ਬਾ ਤੇ ਇਰਾਦਾ ਮਜ਼ਬੂਤ ਕਰਨ ਦਾ ਸਾਧਨ ਹੋ ਗੁਜ਼ਰਿਆ। ਜਦੋਂ ਲਖਪਤ ਰਾਏ ਨੇ ਇਤਿਹਾਸ ਵਿੱਚ ਸਭ ਨਾਲੋਂ ਪਹਿਲੀ ਵਾਰ ਅੰਮ੍ਰਿਤਸਰ ਸਰੋਵਰ ਨੂੰ ਪੂਰਨ ਤੇ ਪਲਿਤ ਕਰਨ ਦਾ ਕੁਕਰਮ ਕੀਤਾ ਸੀ ਤਾਂ ਇਸ ਦੇ ਪ੍ਰਤੀਕਰਮ ਵਜੋਂ ਖਾਲਸਾ ਪੰਥ ਅੰਦਰ ਦਰਬਾਰ ਸਾਹਿਬ ਦੀ ਦੁਸ਼ਮਣ ਕੋਲੋਂ ਰੱਖਿਆ ਕਰਨ ਦਾ ਸਰਬ ਸਾਂਝਾ ਸਰੋਕਾਰ ਤੇ ਜਜ਼ਬਾ ਪੈਦਾ ਹੋਇਆ ਸੀ ਅਤੇ ਇਸ ਮੰਤਵ ਲਈ ਉਹਨਾਂ ਹੱਥੋਂ ਹੱਥੀ ਰਾਮ ਰੋਣੀ ਵਿਖੇ ਕੱਚਾ ਕਿਲਾ ਖੜਾ ਕਰ ਲਿਆ ਸੀ। 1758 ਤੇ 1763 ਈਸਵੀ ਵਿੱਚ ਦੋਨੋਂ ਵਾਰ ਹੀ ਖਾਲਸਾ ਪੰਥ ਨੇ ਅਫਗਾਨੀਆਂ ਨੂੰ ਜੰਗ ਦੇ ਮੈਦਾਨ ਅੰਦਰ ਕਰਾਰੀ ਹਾਰ ਦੇਣ ਤੋਂ ਬਾਅਦ ਪਾਵਨ ਸਰੋਵਰ ਦੀ ਸਫਾਈ ਜਿੱਤ ਕੇ ਜਸ਼ਨ ਮਨਾਉਂਦਿਆਂ ਕੀਤੀ ਸੀ। 1765 ਵਿੱਚ ਜਦ ਲੰਮੇ ਖੂਨੀ ਸੰਘਰਸ਼ ਤੋਂ ਬਾਅਦ ਖਾਲਸਾ ਪੰਥ ਪੰਜਾਬ ਅੰਦਰ ਆਪਣੀ ਆਜ਼ਾਦ ਰਾਜ ਸੱਤਾ ਦਾ ਪਰਚਮ ਲਹਿਰਾਉਣ ਦੀ ਹਾਲਤ ਵਿੱਚ ਹੋ ਗਿਆ ਸੀ ਤਾਂ ਉਸ ਸਾਲ ਵਿਸਾਖੀ ਦੇ ਪਾਵਨ ਦਿਹਾੜੇ ਤੇ ਭਰਵਾਂ ਇਕੱਠ ਕਰਕੇ ਖਾਲਸਾ ਜੀ ਨੇ ਜੈਕਾਰਿਆਂ ਦੀ ਗੂੰਜ ਵਿੱਚ ਦੋ ਇਤਿਹਾਸਕ ਫੈਸਲੇ ਲਏ ਸਨ। ਇੱਕ ਲਾਹੌਰ ਉੱਤੇ ਫੈਸਲਾ ਕੁਨ ਹੱਲਾ ਬੋਲਣ ਅਤੇ ਇਸ ਤਰ੍ਹਾਂ ਪੰਜਾਬ ਅੰਦਰ ਖਾਲਸੇ ਦੀ ਆਜ਼ਾਦ ਰਾਜ ਸੱਤਾ ਕਾਇਮ ਕਰਨ ਦੇ ਅਮਲ ਦਾ ਆਗਾਜ਼ ਡੰਕੇ ਦੀ ਚੋਟ ਨਾਲ ਕਰਨ ਦਾ ਇਤਿਹਾਸਕ ਨਿਰਣਾ ਲਿਆ ਅਤੇ ਦੂਜਾ ਅਹਿਮਦ ਸ਼ਾਹ ਅਬਦਾਲੀ ਦੁਆਰਾ ਤਬਾਹ ਕੀਤੇ ਗਏ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਤੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਆਰੰਭ ਕਰਨ ਬਾਰੇ ਗੁਰਮਤਾ ਕੀਤਾ ਗਿਆ। ਇਹਨਾਂ ਦੋਨੋਂ ਕਾਰਜ ਸਿੱਖਾਂ ਨੇ ਨਾਲੋਂ ਨਾਲ ਨਿਭਾਏ ਸਨ। ਇੱਕ ਪਾਸੇ ਖਾਲਸਾ ਜੰਗ ਦੇ ਖੇਤਰ ਅੰਦਰ ਜਿੱਤਾਂ ਹਾਸਲ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਤੇਜ਼ੀ ਨਾਲ ਵੱਧਦਾ ਚਲਾ ਗਿਆ ਅਤੇ ਦੂਜੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਦਾ ਕਾਰਜ ਨਿਰਵਿਘਨ ਚੱਲਦਾ ਰਿਹਾ ਸੀ, ਜੋ ਕਿ 19 ਸਾਲਾਂ ਬਾਅਦ 1784 ਵਿੱਚ ਜਾ ਕੇ ਸੰਪੂਰਨ ਹੋਇਆ ਸੀ। ਇਸ ਰੋਸ਼ਨੀ ਵਿੱਚ ਵੇਖਿਆ 1984 ਦੀ ਕਾਰ ਸੇਵਾ ਮੌਕੇ ਬਾਹਰਮੁਖੀ ਤੇ ਅੰਤਰਮੁਖੀ ਦੋਵਾਂ ਪੱਖਾਂ ਤੋਂ ਹਾਲਤਾਂ ਕਾਫੀ ਭਿੰਨ ਸਨ। ਸਿੱਖ ਕੌਮ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਦੋਖੀ ਤਾਕਤਾਂ ਦੇ ਹਮਲੇ ਸਦਕਾ ਤਬਾਹ ਹੋਏ ਸਿੱਖਾਂ ਦੇ ਈਸ਼ਟ ਦੀ ਕਾਰ ਸੇਵਾ ਉਹਨਾਂ ਹੀ ਦੋਖੀ ਤੇ ਹਮਲਾਵਰ ਤਾਕਤਾਂ ਨਾਲ ਸਿੱਖਾਂ ਦੇ ਇੱਕ ਵਰਗ ਦੀ ਸਾਂਝ ਭਿਆਲੀ ਤੇ ਸੌਦੇਬਾਜ਼ੀ ਦੀ ਛਾਇਆ ਹੇਠ ਕੀਤੀ ਜਾ ਰਹੀ ਸੀ। ਇਸ ਕਰਕੇ ਜ਼ਾਹਰਾ ਰੂਪ ਵਿੱਚ ਭਲੇ ਹੀ ਸਿੱਖਾਂ ਦੇ ਚਿਹਰਿਆਂ ਉੱਤੇ ਖੁਸ਼ੀ ਤੇ ਉਤਸ਼ਾਹ ਦਾ ਪ੍ਰਭਾਵ ਮਿਲ ਰਿਹਾ ਸੀ, ਪਰ ਧੁਰ ਅੰਦਰੋਂ ਉਹ ਜਲੀਲ ਤੇ ਅਪਮਾਨਿਤ ਹੋਏ ਮਹਿਸੂਸ ਕਰ ਰਹੇ ਸਨ। ਕਾਰ ਸੇਵਾ ਵਿੱਚ ਸਿੱਖਾਂ ਦੇ ਵੱਡੀ ਭਾਰੀ ਗਿਣਤੀ 'ਚ ਸ਼ਾਮਲ ਹੋਣ ਪਿੱਛੋਂ ਕਈ ਸੂਖਮ ਤੱਥ ਕੰਮ ਕਰ ਰਹੇ ਸਨ। ਇਹ ਸਿੱਖਾਂ ਦੇ ਆਪਣੇ ਈਸ਼ਟ ਨਾਲ ਗੂੜੇ ਇਸ਼ਕ ਤੇ ਸ਼ਰਧਾ ਭਾਵ ਦਾ ਪ੍ਰਗਟਾਵਾ ਤਾਂ ਹੈ ਹੀ ਸੀ, ਪਰ ਨਾਲ ਹੀ ਇਹ ਉਹਨਾਂ ਵੱਲੋਂ ਭਾਰਤੀ ਹਾਕਮਾਂ ਨੂੰ ਤਿੱਖੀ ਫਿਟਕਾਰ ਤੇ ਰੋਲੀ ਲਲਕਾਰ ਵੀ ਸੀ। ਇਸ ਤੋਂ ਵੱਧ ਕੇ ਆਪਣੇ ਅਦੁੱਤੀ ਜਰਨੈਲ ਦੀ ਰਹਿਨੁਮਾਈ ਹੇਠ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਸ਼ਹੀਦ ਹੋਏ ਜਾਂਬਾਜ਼ ਸਿੱਖ ਮੁਜਾਹਿਦੀਨਾਂ ਨੂੰ ਸਿੱਖ ਕੌਮ ਵੱਲੋਂ ਭੇਟ ਕੀਤੀ ਗਈ ਸੁੱਚੀ ਸ਼ਰਧਾਂਜਲੀ ਵੀ ਸੀ। ਪਾਵਨ ਸਰੋਵਰ ਦੀ ਕਾਰ ਸੇਵਾ ਦੇ ਸੰਪੂਰਨ ਹੋ ਜਾਣ ਨਾਲ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਚੁਣੌਤੀਆਂ ਖਤਮ ਨਹੀਂ ਹੋ ਗਈਆਂ ਸਨ। ਅਜੇ ਉਹਨਾਂ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਵੰਗਾਰ ਬਣਿਆ ਖੜਾ ਸੀ। ਜਦੋਂ ਫੌਜ ਦੇ ਪਹਿਰੇ ਹੇਠ ਸਰਕਾਰੀ ਸੇਵਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਸਿੱਖਾਂ ਦੇ ਹਿਰਦਿਆਂ ਅੰਦਰ ਗੁੱਸੇ ਦੇ ਉਬਾਲ ਉੱਠ ਰਹੇ ਸਨ।
91 ਸਾਲਾਂ ਦੇ ਇੱਕ ਬਜ਼ੁਰਗ ਕੇਸਰ ਸਿੰਘ, ਜਿਸ ਨੇ ਭਾਰਤ ਦੀ ਆਜ਼ਾਦੀ ਲਈ ਆਪਣੀ ਸਾਰੀ ਜਵਾਨੀ 14 ਸਾਲ ਜੇਲ੍ਹ ਅੰਦਰ ਬਿਤਾ ਦਿੱਤੀ ਸੀ ਤੇ ਇੰਡੀਆ ਟੂਡੇ ਦੇ ਨੁਮਾਇੰਦੇ ਕੋਲ ਆਪਣੇ ਮਨ ਦਾ ਗੁਬਾਟ ਇਸ ਤਰ੍ਹਾਂ ਕੱਢਿਆ, ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਅਸੀਂ ਕਿੰਨੇ ਦਸੋਟੇ ਕੱਟੇ, ਉਸ ਦੇਸ਼ ਨੇ ਸਾਡੇ ਸਭ ਨਾਲੋਂ ਪਵਿੱਤਰ ਸਥਾਨ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਉਹ ਸਾਨੂੰ ਸਾਡੀ ਸਭ ਤੋਂ ਮਹਾਨ ਪਰੰਪਰਾ ਕਿ ਅਸੀਂ ਆਪਣੇ ਧਰਮ ਅਸਥਾਨਾਂ ਦੀ ਉਸਾਰੀ, ਸਾਫ਼ ਸਫਾਈ ਤੇ ਸੇਵਾ ਸੰਭਾਲ ਕਾਰ ਸੇਵਾ ਦੇ ਜ਼ਰੀਏ ਹੀ ਕਰਿਆ ਕਰਦੇ ਹਾਂ ਦਾ ਪਾਲਣ ਕਰਨ ਦੀ ਵੀ ਇਜਾਜ਼ਤ ਨਹੀਂ ਦੇ ਰਹੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਫੌਜ ਭਾਵੇਂ ਅਕਾਲ ਤਖਤ ਦੀ ਜੋ ਮਰਜ਼ੀ ਮੁਰੰਮਤ ਕਰ ਲਵੇ, ਜਦੋਂ ਇਸ ਦਾ ਪ੍ਰਬੰਧ ਸਾਡੇ ਹੱਥਾਂ ਵਿੱਚ ਆ ਗਿਆ ਤਾਂ ਅਸੀਂ ਇਸ ਮੁਰੰਮਤ ਦੀ ਐਸੀ ਤੈਸੀ ਫੇਰ ਦਿਆਂਗੇ। ਸਾਡੀਆਂ ਰਵਾਇਤਾਂ ਦੀ ਪਾਲਣਾ ਕਰਨ ਤੋਂ ਸਾਨੂੰ ਕੋਈ ਨਹੀਂ ਡੱਕ ਸਕਦਾ। ਇਹ ਇਕੱਲੇ ਇੱਕ ਬਜ਼ੁਰਗ ਦੇ ਬੋਲ ਨਹੀਂ ਸਨ, ਇਹ ਸਿੱਖ ਜਗਤ ਦੀ ਸਾਂਝੀ ਹੂਕ ਸੀ। ਆਪਣੀ ਕਿਤਾਬ ਵਿੱਚ ਜਨਰਲ ਬਰਾੜ ਨੇ ਸਾਫ਼ ਮੰਨਿਆ ਹੈ ਕਿ ਸਰਕਾਰ ਵੱਲੋਂ ਅਕਾਲ ਤਖਤ ਦੀ ਮੁਰੰਮਤ ਕੀਤੇ ਜਾਣ ਦੀ ਕਾਰਵਾਈ ਨਾਲ ਸਿੱਖ ਜਨਤਾ ਅੰਦਰ ਹੋਰ ਵੱਧ ਰੋਹ ਪੈਦਾ ਹੋ ਗਿਆ ਸੀ ਅਤੇ ਸੰਤਾਂ ਸਿੰਘਾਂ ਦੁਆਰਾ ਕਾਰ ਸੇਵਾ ਦੇ ਮਹੂਰਤ ਮੌਕੇ ਹੀ ਸਿੱਖਾਂ ਦੇ ਇਕੱਠ ਨੇ ਫੌਜ ਦੀ ਮੌਜੂਦਗੀ ਦੇ ਬਾਵਜੂਦ ਸਰਕਾਰ ਦੇ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਸੀ। ਸਿੱਖ ਜਨਤਾ ਦੇ ਰੋਹ ਵੱਲ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਮਤਾ ਪਾਸ ਕਰ ਦਿੱਤਾ ਸੀ ਕਿ ਸੰਤਾਂ ਸਿੰਘਾਂ ਦੁਆਰਾ ਉਸਾਰਿਆ ਗਿਆ ਅਕਾਲ ਤਖਤ ਢਾਹ ਦਿੱਤਾ ਜਾਵੇਗਾ, ਕਿਉਂਕਿ ਇਹ ਉਸਾਰੀ ਫੌਜ ਦੀ ਨਿਗਰਾਨੀ ਹੇਠ ਹੋ ਰਹੀ ਹੈ। ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟਾਉਣ ਲਈ 400 ਸਿੱਖਾਂ ਦਾ ਜੱਥਾ ਲੈ ਕੇ ਪੈਦਲ ਅੰਮ੍ਰਿਤਸਰ ਪੁੱਜਣ ਦਾ ਐਲਾਨ ਕੀਤਾ ਸੀ, ਪਰ ਉਸ ਨੂੰ ਜੱਥੇ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਨਿਕਲਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇੰਡੀਆ ਟੂਡੇ ਦੇ ਨੁਮਾਇੰਦੇ ਨਾਲ ਗੱਲਬਾਤ ਕਰਦੇ ਹੋਏ ਇਹ ਤੜ ਮਾਰੀ ਸੀ ਕਿ ਸਰਕਾਰ ਵੱਲੋਂ ਉਸਾਰੇ ਗਏ ਅਕਾਲ ਤਖਤ ਨੂੰ ਗਿਰਾ ਦਿੱਤਾ ਜਾਵੇਗਾ। ਇਹ ਕੰਮ ਕਿਸੇ ਹੋਰ ਨੇ ਨਾ ਕੀਤਾ ਤਾਂ ਮੈਂ ਕਰਾਂਗਾ। ਇਸ ਭਾਵ ਦੀ ਬਿਆਨਬਾਜ਼ੀ ਕਰਨੀ ਜਾਂ ਮਤੇ ਪਾਸ ਕਰਨੇ ਤਾਂ ਸੌਖੇ ਸਨ, ਪਰ ਇਹਨਾਂ ਉੱਤੇ ਅਮਲ ਕਰ ਸਕਣਾ ਇੰਨਾ ਸੁਖਾਲਾ ਨਹੀਂ ਸੀ। ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਸਿੰਘਾਂ ਸਾਹਿਬਾਨਾਂ ਦੀ ਸਰਕਾਰ ਨਾਲ ਅੰਦਰ ਖਾਤੇ ਜੋ ਸਹਿਮਤੀ ਹੋਈ ਸੀ, ਉਸ ਦੇ ਮੱਦੇ ਨਜ਼ਰ ਉਹ ਅਜਿਹਾ ਕੋਈ ਕਦਮ ਚੁੱਕਣ ਤੋਂ ਸੰਕੋਚ ਕਰਦੇ ਸਨ ਜੋ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਤੇ ਜਿਸ ਨਾਲ ਸਿੱਖ ਕੌਮ ਤੇ ਭਾਰਤੀ ਹਾਕਮਾਂ ਵਿਚਕਾਰ ਟੱਕਰ ਹੋਰ ਤਿੱਖੀ ਹੁੰਦੀ ਸੀ। ਇਸ ਮੁੱਦੇ ਉੱਤੇ ਉਹਨਾਂ ਵੱਲੋਂ ਆਪਣੇ ਪੈਰ ਪਿੱਛੇ ਖਿੱਚਣ ਅਰਥਾਤ ਸਰਕਾਰੀ ਸੇਵਾ ਨਾਲ ਸੰਵਾਰੇ ਲਿਸ਼ਕਾਏ ਗਏ ਅਕਾਲ ਤਖਤ ਸਾਹਿਬ ਦੇ ਢਾਂਚੇ ਨੂੰ ਕਬੂਲ ਕਰ ਲੈਣ ਦਾ ਸੰਕੇਤ ਉਸ ਵਕਤ ਮਿਲ ਗਿਆ ਸੀ ਜਦੋਂ ਸ਼ੁਕਰਾਨਾ ਦਿਵਸ ਮਨਾਉਣ ਦੀ ਖੁਸ਼ੀ ਵਿੱਚ 29 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਸਾਰੀ ਇਮਾਰਤ ਦਾ ਅੰਦਰੋਂ ਬਾਹਰੋਂ ਅੰਮ੍ਰਿਤ ਸਰੋਵਰ ਦੇ ਜਲ ਨਾਲ ਖੁੱਲ੍ਹਾ ਇਸ਼ਨਾਨ ਕਰਵਾਇਆ ਗਿਆ ਸੀ। ਸੰਤ ਸਿਪਾਹੀ ਨੇ ਸਿੰਘ ਸਾਹਿਬਾਨ ਤੇ ਅਕਾਲੀ ਆਗੂਆਂ ਦੀ ਇਸ ਸਿਧਾਂਤਕ ਥਿੜਕਣ ਤੇ ਇਖਲਾਕੀ ਕਮਜ਼ੋਰੀ ਨੂੰ ਭਾਂਪਦਿਆਂ ਹੋਇਆ ਇਸ ਮਸਲੇ ਬਾਰੇ ਆਪਣਾ ਨਜ਼ਰੀਆ ਇਹਨਾਂ ਭਾਵਮਈ ਲਫ਼ਜ਼ਾਂ ਵਿੱਚ ਪ੍ਰਗਟ ਕੀਤਾ ਸੀ। ਅੱਜ ਸਿੱਖ ਸੰਗਤਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਉਸੇ ਤਰ੍ਹਾਂ ਕਾਇਮ ਰੱਖੀ ਜਾਵੇ, ਉਸ ਦੀ ਹਾਲਤ ਠੀਕ ਕੀਤੀ ਜਾਵੇ ਕਿ ਨਵੇਂ ਸਿਰੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਜਾਵੇ। ਸਰਕਾਰੀ ਸੇਵਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਢਾਂਚਾ ਤੇ ਖੜਾ ਕਰ ਦਿੱਤਾ ਗਿਆ ਹੈ। ਸੋਨੇ ਦੇ ਪੱਤਰੇ ਵੀ ਚੜ੍ਹਾਏ ਗਏ ਹਨ। ਸ਼ਸਤਰ ਰੱਖਣ ਵਾਲੀ ਥਾਂ ਵੀ ਨਵੀਂ ਬਣਾ ਦਿੱਤੀ ਗਈ ਹੈ, ਪਰ ਸਿੱਖਾਂ ਨੂੰ ਇਹ ਤਖਤ ਪੁਰਾਣਾ ਤਖਤ ਨਹੀਂ ਲੱਗਦਾ। ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਪਹਿਲੀ ਸ਼ਾਨ ਨਹੀਂ, ਪਹਿਲੀ ਅਕਾਲ ਤਖਤ ਸਾਹਿਬ ਦੀ ਇਮਾਰਤ ਗੁਰੂ ਪ੍ਰਤੀ ਪਿਆਰ ਤੇ ਸਤਿਕਾਰ ਦੀ ਉਪਜ ਸੀ। ਹੁਣ ਦੀ ਇਮਾਰਤ ਸਰਕਾਰੀ ਠੇਕੇਦਾਰਾਂ ਦੀ ਬਣਾਈ ਹੋਈ ਹੈ। ਕੋਠਾ ਸਾਹਿਬ ਦੇ ਕੋਲ ਇੱਕ ਥਾਂ ਉੱਤੇ ਪੱਥਰ ਉੱਤੇ ਚਿੱਤਰਕਾਰੀ ਹੋਈ ਸੀ। ਹੁਣ ਉੱਥੇ ਹੱਥ ਲਾਓ ਤਾਂ ਪਲਾਸਟਰ ਆਫ ਪੈਰਿਸ ਖੜਕਦਾ ਹੈ। ਇਹਨਾਂ ਗੱਲਾਂ ਨੂੰ ਜੇ ਖਾਸ ਮਹੱਤਤਾ ਨਾ ਦਿੱਤੀ ਜਾਵੇ ਤਾਂ ਵੀ ਆਮ ਸਿੱਖ ਸੋਚਦਾ ਹੈ ਕਿ ਅਸਾਂ ਸਰਕਾਰ ਦੇ ਪੈਸੇ ਨਾਲ ਬਣਿਆ ਹੋਇਆ ਅਕਾਲ ਤਖਤ ਨਹੀਂ ਰਹਿਣ ਦੇਣਾ। ਕਈ ਕਹਿੰਦੇ ਹਨ ਕਿ ਸਾਡੇ ਇਤਿਹਾਸ ਵਿੱਚ ਕੀ ਲਿਖਿਆ ਜਾਵੇਗਾ। ਪਹਿਲਾਂ ਅਕਾਲ ਤਖਤ ਸਾਹਿਬ ਦੀ ਉਸਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤੀ, ਫਿਰ ਅਕਾਲੀ ਫੂਲਾ ਸਿੰਘ ਨੇ ਕੀਤੀ ਤੇ
ਕਿ ਫਿਰ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿ ਇਸ ਦੀ ਉਸਾਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਕਰਵਾਈ ਸੀ। ਅਸਾਂ ਆਪਣਾ ਇਤਿਹਾਸ ਕਲੰਕਿਤ ਨਹੀਂ ਹੋਣ ਦੇਣਾ। ਕਈ ਸਿੱਧਕ ਸਿੱਖ ਕਹਿੰਦੇ ਹਨ ਕਿ ਕਿਤੇ ਵੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਨ ਵਾਲੇ ਮਹਾਨ ਸਿੱਖ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਅਕਾਲੀ ਫੂਲਾ ਸਿੰਘ ਜੀ ਤੇ ਕਿੱਥੇ ਇਹ ਜਰਦੇ ਖਾਣ ਵਾਲੇ ਮਜ਼ਦੂਰ ਇਹਨਾਂ ਅਪਵਿੱਤਰ ਹੱਥਾਂ ਨਾਲ ਸਰਕਾਰੀ ਅਪਵਿੱਤਰ ਪੈਸੇ ਨਾਲ ਬਣਿਆ ਹੋਇਆ ਅਕਾਲ ਤਖਤ ਸਾਹਿਬ ਅਸਾਂ ਨਹੀਂ ਰਹਿਣ ਦੇਣਾ। ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਇਮਾਰਤ ਕਾਇਮ ਰੱਖੀ ਜਾਵੇ। ਇਸ ਨੂੰ ਕਾਇਮ ਰੱਖਣ ਬਾਰੇ ਹੋ ਸਕਦਾ ਹੈ ਕਿ ਸਰਕਾਰ ਨੇ ਸਿੰਘ ਸਾਹਿਬਾਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਗੱਲ ਵੀ ਕੀਤੀ ਹੋਵੇ, ਪਰ ਸਿੱਖ ਸੰਗਤਾਂ ਦੇ ਜੋਸ਼ ਵਿੱਚ ਇਹੋ ਜਿਹੀਆਂ ਗੱਲਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਸਰਕਾਰ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੀਦਾ। ਉਸਨੇ ਆਪਣੀ ਕਾਲਖ ਧੋਣ ਵਾਸਤੇ ਢਾਂਚਾ ਖੜਾ ਕਰ ਦਿੱਤਾ ਹੈ। ਹੁਣ ਸਿੱਖ ਜਾਣਨ ਤੇ ਉਹਨਾਂ ਦਾ ਕੰਮ ਕਿਉਂ ਕਿ ਉਹ ਆਪਣਾ ਤਖਤ ਇਹੋ ਰੱਖਣਾ ਕਿ ਨਵੇਂ ਸਿਰਿਓਂ ਬਣਾਉਣ। ਜੇ ਸਰਕਾਰ ਨੇ ਦਖਲ ਦਿੱਤਾ ਤਾਂ ਤੇ ਸਿੱਖ ਜ਼ਰੂਰ ਇਸ ਤਖਤ ਦੀ ਇਮਾਰਤ ਢਾਉਣਗੇ, ਉਂਝ ਭਾਵੇਂ ਕਾਇਮ ਰਹਿ ਹੀ ਜਾਵੇ। ਸੰਤ ਸਿਪਾਹੀ ਦੀ ਇਹ ਭਵਿੱਖਬਾਣੀ 15 ਮਹੀਨਿਆਂ ਬਾਅਦ ਅੱਖਰ ਅੱਖਰ ਸੱਚ ਹੋ ਨਿਬੜੀ। ਜਦ 26 ਜਨਵਰੀ 1986 ਨੂੰ ਸਿੱਖ ਸੰਗਤਾਂ ਨੇ ਅਕਾਲੀ ਆਗੂਆਂ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਸਿੰਘ ਸਾਹਿਬਾਨ ਦੁਆਰਾ ਸਰਕਾਰ ਨੂੰ ਦਿੱਤੇ ਬਚਨਾਂ ਦੀ ਪਰਵਾਹ ਨਾ ਕਰਦੇ ਹੋਏ ਸਰਕਾਰੀ ਸੇਵਾ ਨਾਲ ਖੜੀ ਕੀਤੀ ਗਈ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਗਿਰਾ ਕੇ ਹੀ ਦਮ ਲਿਆ ਸੀ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।